ਹੈਲੋ, ਗੁੱਡ ਮੋਰਨਿੰਗ ਸਟੂਡੈਂਟਸ ਅੱਜ ਦਾ ਟੋਪਿਕ ਹੈ ਸਾਡਾ ਚੈਪਟਰ ਨੰਬਰ 5 ਯਾਨ ਕਾਊਂਟ ਐਂਡ ਯਾਨ ਨੰਬਰਿੰਗ ਸਿਸਟਮ। yarn is a compressible material, so fineness of yarn can't be measured by simple methods। ਜਿਵੇਂ ਕਿ ਅਸੀਂ ਜਾਣਦੇ ਕਿ ਜਿਹੜਾ yarn ਹੈ, ਧਾਗਾ ਹੈ, ਥਰੈਡ ਹੈ, ਫਿਲਾਮੈਂਟ ਹੈ, ਉਹ ਕੀ ਹੈ, ਕੰਪਰੈਸੀਬਲ, ਉਹ ਕੰਪਰੈਸ ਹੋ ਜਾਂਦਾ। ਇਸ ਕਰਕੇ ਅਸੀਂ ਉਸ ਦੀ ਫਾਈਨੈਸ, ਕੋਈ ਧਾਗਾ ਕਿੰਨਾ ਕੁ ਬਰੀਕ ਹੈ ਜਾਂ ਕਿੰਨਾ ਕੁ ਮੋਟਾ ਆ, ਉਹਦੀ ਫਾਈਨੈਸ ਅਸੀਂ ਆਮ ਤਰੀਕਿਆਂ ਦੇ ਨਾਲ ਨਹੀਂ ਪਤਾ ਕਰ ਸਕਦੇ। ਆਮ ਤਰੀਕੇ ਕਿਹੜੇ ਆ? ਜਿਵੇਂ ਕਿ ਮਾਈਕਰੋਸਕੋਪ। ਅਸੀਂ ਮਾਈਕਰੋਸਕੋਪ ਦੇ ਅੰਦਰ ਅਸੀਂ ਲੈ ਕੇ ਆਵਾਂਗੇ ਅਤੇ ਅਸੀਂ ਫਾਈਨੈਸ ਜਾਂ ਡਾਇਆਮੀਟਰ, ਤੁਸੀਂ ਕਹਿ ਲਓ, ਜੇ ਕੋਈ ਸੋਲਿਡ ਹੋਏ, ਮੰਨ ਲਓ ਮੈਟਲ, ਕੋਈ ਮੈਟੈਲਿਕ ਵਾਇਰ ਹੋਏ ਤਾਂ ਅਸੀਂ ਉਹਦਾ ਡਾਇਆਮੀਟਰ ਅਸੀਂ ਲਵਾਂਗੇ, ਡਾਇਆਮੀਟਰ ਅਸੀਂ ਫਾਈਂਡ ਆਊਟ ਕਰਾਂਗੇ। ਇਸੇ ਤਰੀਕੇ ਨਾਲ ਸ਼ੇਪ ਆਫ yarn ਇਜ਼ ਨਾਟ ਐਬਸੋਲਿਊਟ ਰਾਊਂਡ। ਜਿਹੜੀ yarn ਦੀ ਸ਼ੇਪ ਹੈ, ਜੋ ਕ੍ਰੋਸ ਸੈਕਸ਼ਨ ਹੈ, ਉਹ ਪਰਫੈਕਟ ਰਾਊਂਡ ਨਹੀਂ ਹੈ, ਪੂਰਾ ਸਰਕਲ ਨਹੀਂ ਬਣਦਾ। ਇਸ ਕਰਕੇ ਵੀ ਅਸੀਂ ਉਹਦਾ ਡਾਇਆਮੀਟਰ ਅਸੀਂ ਪਤਾ ਨਹੀਂ ਕਰ ਸਕਦੇ। ਅਸੀਂ ਡਾਇਆਮੀਟਰ ਆਫ yarn ਨੂੰ ਨਹੀਂ ਪਤਾ ਕਰ ਸਕਦੇ, ਇਸ ਲਈ ਅਸੀਂ ਯੂਜ਼ ਕਰਦੇ ਹਾਂ yarn ਕਾਊਂਟ। yarn ਕਾਊਂਟ ਕੁਝ ਵੀ ਨਹੀਂ ਹੈ, ਸਿਰਫ ਇੱਕ ਨੰਬਰ ਹੈ ਜਿਹੜਾ ਕਿ ਸਾਨੂੰ ਦੱਸਦਾ ਵੀ ਜਿਹੜਾ ਗਿਵਨ yarn ਹੈ, ਗਿਵਨ ਥਰੈਡ ਹੈ, ਗਿਵਨ ਫਿਲਾਮੈਂਟ ਹੈ, ਉਹ ਕਿੰਨਾ ਕੁ ਫਾਈਨ ਹੈ, ਉਹ ਕਿੰਨਾ ਕੁ ਪਤਲਾ ਆ, ਉਹਦਾ ਡਾਇਆਮੀਟਰ ਲਗਭਗ ਕਿੰਨਾ ਕੁ ਹੋਏਗਾ। ਸਾਨੂੰ ਇੱਕ ਐਸਟੀਮੇਟ ਮਿਲਦਾ ਇਸ ਚੀਜ਼ ਤੋਂ। yarn count, it is simply a number which tells us that given yarn is how much finer or thinner, ਕਿੰਨਾ ਕੁ ਪਤਲਾ ਹੈ ਜਾਂ ਕਿੰਨਾ ਕੁ ਮੋਟਾ ਆ। ਅਸੀਂ ਦੋ yarn ਕਾਊਂਟਸ ਨੂੰ ਅਸੀਂ ਮਿਕਸ ਨਹੀਂ ਕਰ ਸਕਦੇ, ਕਿਉਂਕਿ ਇਹ ਵੀਵਿੰਗ ਦੇ ਵਿੱਚ ਫਿਰ ਇਹਦੀ ਸਾਨੂੰ ਪ੍ਰੋਬਲਮ ਕ੍ਰੀਏਟ ਕਰੇਗਾ। ਵੀਵਿੰਗ ਦੇ ਵਿੱਚ ਜੇ ਅਸੀਂ ਦੋ ਤੋਂ ਜ਼ਿਆਦਾ yarn ਕਾਊਂਟ ਅਸੀਂ ਮਿਕਸ ਕਰਾਂਗੇ ਤਾਂ ਉਹਦੀ ਫੀਲ ਅਲੱਗ-ਅਲੱਗ ਹੋਏਗੀ, ਸਾਨੂੰ ਹਾਰਸ਼ ਫੀਲ ਆਏਗੀ, ਕਿਉਂਕਿ ਜਿਹੜਾ ਪਤਲੇ yarn ਨੂੰ ਅਸੀਂ ਮੋਟੇ yarn ਦੇ ਨਾਲ ਕਰਾਂਗੇ ਤਾਂ ਵੀਵਿੰਗ ਵਿੱਚ ਵੀ ਪ੍ਰੋਬਲਮ ਆਏਗੀ ਅਤੇ ਕੱਪੜਾ ਬਣਨ ਦੇ ਬਾਅਦ ਵੀ ਉਹਦੀ ਕੱਪੜੇ ਦੀ ਜੋ ਫੀਲ ਹੈ ਹਾਰਸ਼ ਹੋਏਗੀ। yarn count is nothing but it is a number which tells us that the given yarn is how much finer or how much coarser। yarn ਨੰਬਰਿੰਗ ਸਿਸਟਮ, yarn count ਅਸੀਂ ਕਹਿਤਾ ਕਿ ਇੱਕ ਨੰਬਰ ਹੈ ਜਿਹੜਾ ਕਿ ਸਾਨੂੰ ਫਾਈਨੈਂਸ ਦੱਸਦਾ, ਲੇਕਿਨ ਫਾਈਨੈਂਸ ਨੂੰ ਫਾਈਂਡ ਆਊਟ ਕਰਨ ਦੇ ਲਈ ਆਲ ਓਵਰ ਦਾ ਵਰਲਡ ਬਹੁਤ ਸਾਰੇ ਸਿਸਟਮ ਚੱਲ ਰਹੇ ਆ। ਕੋਈ ਆਪਣੇ ਤਰੀਕੇ ਨਾਲ ਫਾਈਨੈਂਸ ਕੈਲਕੂਲੇਟ ਕਰ ਰਿਹਾ, ਕੋਈ ਆਪਣੇ ਤਰੀਕੇ ਨਾਲ ਫਾਈਨੈਂਸ ਕੈਲਕੂਲੇਟ ਕਰ ਰਿਹਾ। ਤਾਂ ਉਸ ਤਰੀਕੇ ਦੇ ਨਾਲ there are different methods to calculate count of the yarn using the different numbering system। counts of yarn is changed। ਜੇ ਮੰਨ ਲਓ ਕਿ ਡਾਇਰੈਕਟ ਸਿਸਟਮ ਹੈ, ਇਨਡਾਇਰੈਕਟ ਸਿਸਟਮ ਹੈ, ਜੋ ਡਾਇਰੈਕਟ ਸਿਸਟਮ ਦੇ ਵਿੱਚ ਕਾਊਂਟ ਹੋਏਗਾ yarn ਦਾ, ਇਨਡਾਇਰੈਕਟ ਸਿਸਟਮ ਦੇ ਵਿੱਚ ਉਸ ਤੋਂ ਉਲਟ ਹੋ ਜਾਏਗਾ। ਡਾਇਰੈਕਟ yarn ਨੰਬਰਿੰਗ ਸਿਸਟਮ ਔਰ ਡਾਇਰੈਕਟ yarn ਕਾਊਂਟਿੰਗ। ਨੰਬਰ 2 'ਤੇ ਹੈ ਇਨਡਾਇਰੈਕਟ yarn ਨੰਬਰਿੰਗ ਸਿਸਟਮ ਔਰ ਇਨਡਾਇਰੈਕਟ yarn ਕਾਊਂਟਿੰਗ। yarn ਨੰਬਰਿੰਗ ਦੋ ਤਰ੍ਹਾਂ ਦੀ ਹੈ, ਡਾਇਰੈਕਟ ਸਿਸਟਮ ਅਤੇ ਇਨਡਾਇਰੈਕਟ ਸਿਸਟਮ। ਡਾਇਰੈਕਟ ਸਿਸਟਮ ਦੇ ਵਿੱਚ ਦੋ ਮੇਨ ਹੈ, ਟੈਕਸ ਅਤੇ ਡੇਨੀਅਰ, ਅਤੇ ਇਨਡਾਇਰੈਕਟ ਸਿਸਟਮ ਦੇ ਵਿੱਚ ਮੀਟ੍ਰਿਕ ਪਾਊਂਡ ਅਤੇ ਇੰਗਲਿਸ਼ ਕਾਊਂਟ, ਇਹ ਦੋਨੋਂ ਮੇਨ ਹੈ। ਡਾਇਰੈਕਟ ਸਿਸਟਮ ਦੇ ਵਿੱਚ ਕੀ ਕਰਦੇ ਹਾਂ, ਸਾਡੇ ਕੋਲ ਲੈਂਥ ਫਿਕਸ ਹੁੰਦੀ ਹੈ। ਲੈਂਥ ਮਤਲਬ ਕਿ ਟੈਕਸ ਦੇ ਵਿੱਚ ਅਸੀਂ 1000 ਮੀਟਰ ਲੈਂਥ ਫਿਕਸ ਹੈ ਅਤੇ ਅਸੀਂ ਭਾਰ ਮਾਪਦੇ ਹਾਂ ਇਨ ਗ੍ਰਾਮਸ 'ਚ। ਜੇ ਮੰਨ ਲਓ ਕਿ 1000 ਮੀਟਰ ਕੋਈ ਕੋਟਨ ਥਰੈਡ ਹੈ, ਉਹਦਾ ਭਾਰ 45 ਗ੍ਰਾਮ ਹੈ, ਤਾਂ ਅਸੀਂ ਕਹਾਂਗੇ ਕਿ 45 ਟੈਕਸ ਉਸ ਦਾ ਕਾਊਂਟ ਹੈ। ਇਸੇ ਤਰੀਕੇ ਨਾਲ ਜੇ ਮੰਨ ਲਓ 1000 ਮੀਟਰ ਕੋਟਨ yarn ਦੀ ਭਾਰ ਹੋਏਗਾ 100 ਗ੍ਰਾਮ, ਤਾਂ ਅਸੀਂ ਕਹਾਂਗੇ ਉਸ yarn ਦਾ 100 ਟੈਕਸ ਕਾਊਂਟ ਹੈ। ਇਸ ਤਰੀਕੇ ਨਾਲ ਜਿਹੜਾ 100 ਟੈਕਸ ਕਾਊਂਟ ਹੈ ਉਹ 30 ਟੈਕਸ ਕਾਊਂਟ ਦੇ ਮੁਕਾਬਲੇ ਮੋਟਾ ਹੋਏਗਾ ਧਾਗਾ, ਕਿਉਂਕਿ ਲੈਂਥ ਸੇਮ ਹੈ। ਦੇਖੋ 1000 ਮੀਟਰ ਹੈ, ਲੇਕਿਨ ਇੱਕ ਪਾਸੇ ਭਾਰ 100 ਗ੍ਰਾਮ ਆ ਰਿਹਾ, ਦੂਜੇ ਪਾਸੇ ਭਾਰ 30 ਗ੍ਰਾਮ ਆ ਰਿਹਾ। ਦਾ ਮਤਲਬ ਹੈ ਕਿ ਜਿਹੜਾ 100 ਗ੍ਰਾਮ ਵਾਲਾ ਆ ਫਿਲਾਮੈਂਟ, ਉਹਦਾ ਡਾਇਆਮੀਟਰ 30 ਗ੍ਰਾਮ ਤੋਂ ਜ਼ਿਆਦਾ ਆ। ਡਾਇਰੈਕਟ yarn ਨੰਬਰਿੰਗ ਸਿਸਟਮ, ਇਟ ਇਜ਼ ਮਾਸ ਪਰ ਯੂਨਿਟ ਲੈਂਥ ਸਿਸਟਮ, ਮੀਨਸ ਲੈਂਥ ਆਫ yarn ਇਜ਼ ਫਿਕਸਡ ਬਟ ਵੇਟ ਆਫ yarn ਵੇਰੀਜ਼। ਲੈਂਥ ਕੀ ਹੈ? ਡਾਇਰੈਕਟ yarn ਨੰਬਰਿੰਗ ਸਿਸਟਮ ਵਿੱਚ ਲੈਂਥ ਹਮੇਸ਼ਾ ਫਿਕਸ ਹੁੰਦੀ ਹੈ, ਲੇਕਿਨ ਜਿਹੜਾ ਵੇਟ ਹੈ ਉਹ ਵੇਰੀ ਕਰਦਾ, ਉਹ ਅਲੱਗ-ਅਲੱਗ ਹੁੰਦਾ। ਹਾਇਰ ਦਾ ਕਾਊਂਟ ਮੀਨਸ coarser or thicker is the yarn, lower the count means finer is the yarn। ਡਾਇਰੈਕਟ yarn ਨੰਬਰਿੰਗ ਸਿਸਟਮ ਦੇ ਵਿੱਚ ਕਿਉਂਕਿ ਲੈਂਥ ਫਿਕਸ ਹੁੰਦੀ ਹੈ, ਇਸ ਕਰਕੇ ਜਿੰਨਾ ਜ਼ਿਆਦਾ ਭਾਰਾ ਹੋਏਗਾ ਉਨਾ ਹੀ ਜ਼ਿਆਦਾ ਸਾਨੂੰ ਟੈਕਸ ਜਾਂ ਡੇਨੀਅਰ ਪ੍ਰਾਪਤ ਹੋਏਗਾ।
ਉਨਾ ਹੀ ਜ਼ਿਆਦਾ ਮੋਟਾ ਹੋਏਗਾ ਧਾਗਾ। ਅਤੇ ਜਿੰਨਾ ਕਾਊਂਟ ਘੱਟ ਹੋਏਗਾ ਡਾਇਰੈਕਟ ਜਾਨ ਨੰਬਰਿੰਗ ਸਿਸਟਮ ਦੇ ਵਿੱਚ, ਉਨਾ ਹੀ ਉਹ ਵਾਲਾ ਧਾਗਾ ਫਿਲਾਮੈਂਟ ਜਾਂ ਥਰੈਡ ਫਾਈਨ ਹੋਏਗਾ। ਫਾਈਨ ਦਾ ਮਤਲਬ ਪਤਲਾ ਹੋਏਗਾ। ਟੈਕਸ ਐਂਡ ਡੇਨੀਅਰ ਆਰ ਇਟਸ ਐਗਜ਼ਾਮਪਲਸ। ਇਨ ਟੈਕਸ ਸਿਸਟਮ ਲੈਂਥ ਇਜ਼ ਆਲਵੇਜ਼ 1000 ਮੀਟਰ ਐਂਡ ਵੇਟ ਇਜ਼ ਆਲਵੇਜ਼ ਗ੍ਰਾਮਸ। ਟੈਕਸ ਸਿਸਟਮ ਦੇ ਵਿੱਚ ਜਿਹੜੀ ਲੈਂਥ ਹੈ ਉਹ ਹਮੇਸ਼ਾ 1000 ਮੀਟਰ ਹੁੰਦੀ ਹੈ ਅਤੇ ਜਿਹੜਾ ਭਾਰ ਹੈ ਗ੍ਰਾਮਸ ਦੇ ਵਿੱਚ ਹੁੰਦਾ, ਉਹ ਵੇਰੀ ਕਰਦਾ ਹੈ। ਇਫ ਕਾਊਂਟ ਆਫ ਏ yarn ਇਜ਼ 30 ਟੈਕਸ ਇਟ ਮੀਨਸ 1000 ਮੀਟਰਸ ਆਫ ਦੈਟ yarn ਵੇਜ਼ 30 ਗ੍ਰਾਮਸ। ਜੇਕਰ 30 ਟੈਕਸ ਦਾ ਮਤਲਬ ਹੈ ਕਿ 1000 ਮੀਟਰ ਧਾਗੇ ਦਾ ਭਾਰ 30 ਗ੍ਰਾਮ ਹੈ। ਇਸੇ ਤਰੀਕੇ ਨਾਲ ਜੇ 100 ਟੈਕਸ ਹੈ, 100 ਟੈਕਸ ਦਾ ਮੀਨਿੰਗ ਹੈ 1000 ਮੀਟਰ ਲੈਂਥ ਜਿਹੜਾ ਧਾਗਾ ਆ ਉਹਦਾ ਭਾਰ 100 ਗ੍ਰਾਮ ਹੈ। ਜਿਹੜਾ 30 ਟੈਕਸ ਜਾਨ ਹੈ ਉਹ ਫਾਈਨਲ ਹੋਏਗਾ 100 ਟੈਕਸ ਜਾਨ ਤੋਂ, ਅਤੇ ਜਿਹੜਾ 100 ਟੈਕਸ ਹੈ ਉਹ 30 ਟੈਕਸ ਤੋਂ ਮੋਟਾ ਹੋਏਗਾ। ਇਹਦੀ ਦੂਸਰੀ ਐਗਜ਼ਾਮਪਲ ਹੈ ਡੇਨੀਅਰ। ਜਿੱਥੇ ਅਸੀਂ ਉੱਥੇ 1000 ਮੀਟਰ ਲਿਆ ਸੀ, ਇਸ ਦੇ ਵਿੱਚ ਅਸੀਂ ਲਵਾਂਗੇ 9000 ਮੀਟਰ। ਇਹਦੀ ਫਿਕਸ ਲੈਂਥ ਹੈ 9000 ਮੀਟਰ ਅਤੇ ਭਾਰ ਅਸੀਂ ਲਵਾਂਗੇ ਗ੍ਰਾਮਸ ਦੇ ਵਿੱਚ। 400 ਡੇਨੀਅਰ ਜਾਨਸ ਮੀਨ 9000 ਮੀਟਰਸ ਆਫ ਦੈਟ ਜਾਨ ਵੇਜ਼ 400 ਗ੍ਰਾਮਸ। 9000 ਮੀਟਰ ਲੰਬੇ ਧਾਗੇ ਦਾ ਭਾਰ ਹੈ 400 ਗ੍ਰਾਮ। 650 ਡੇਨੀਅਰ ਜਾਨ ਜੇ ਹੋਏਗਾ ਤਾਂ ਅਸੀਂ ਕਹਾਂਗੇ ਕਿ 9000 ਮੀਟਰ ਜਿਹੜਾ ਧਾਗਾ ਆ ਉਹਦਾ ਭਾਰ ਹੈ 650 ਗ੍ਰਾਮ। ਇਸੇ ਤਰੀਕੇ ਜਿਵੇਂ ਟੈਕਸ ਵਿੱਚ ਅਸੀਂ ਕਿਹਾ ਸੀ ਕਿ ਜਿੰਨਾ ਕਾਊਂਟ ਛੋਟਾ ਹੋਏਗਾ ਉਨਾ ਹੀ ਫਾਈਨਲ ਹੋਏਗਾ, ਉਸੇ ਤਰੀਕੇ ਨਾਲ ਡੇਨੀਅਰ ਵਿੱਚ ਹੈ 400 ਡੇਨੀਅਰ ਇਜ਼ ਫਾਈਨਲ ਦੈਨ 650 ਡੇਨੀਅਰ। ਟੈਕਸ ਨੂੰ ਅਸੀਂ ਯੂਨੀਵਰਸਲ ਨੰਬਰਿੰਗ ਸਿਸਟਮ ਵੀ ਕਹਿੰਦੇ ਹਾਂ। ਟੈਕਸ ਨੂੰ ਅਸੀਂ ਇਸ ਲਈ ਯੂਨੀਵਰਸਲ ਨੰਬਰਿੰਗ ਸਿਸਟਮ ਕਹਿੰਦੇ ਹਾਂ ਕਿਉਂਕਿ ਇਹ ਆਲ ਅਰਾਊਂਡ ਦਾ ਵਰਲਡ ਕੋਮਨਲੀ ਯੂਜ਼ ਕੀਤਾ ਜਾਂਦਾ ਹੈ ਅਤੇ ਇਹ ਇਕੁਅਲੀ ਯੂਜ਼ ਹੁੰਦਾ ਹੈ ਨੈਚੁਰਲ ਐਜ਼ ਵੈਲ ਐਜ਼ ਸਿੰਥੈਟਿਕ yarns ਦੇ ਵਾਸਤੇ। ਮੈਂ ਤੁਹਾਨੂੰ ਪਹਿਲਾਂ ਦੱਸ ਚੁੱਕਿਆ ਕਿ ਬਹੁਤ ਸਾਰੇ ਨੰਬਰਿੰਗ ਸਿਸਟਮ ਚੱਲ ਰਹੇ ਆ, ਲੇਕਿਨ ਅਸੀਂ ਟੈਕਸ ਨੂੰ ਯੂਨੀਵਰਸਲ ਨੰਬਰਿੰਗ ਸਿਸਟਮ ਕਹਿੰਦੇ ਹਾਂ ਕਿਉਂਕਿ ਇਹ ਵਾਈਡਲੀ ਆਲ ਓਵਰ ਦਾ ਵਰਲਡ ਨੋਰਮਲੀ ਇਹ ਯੂਜ਼ ਹੁੰਦਾ। ਟੈਕਸ ਦਾ ਫਾਰਮੂਲਾ ਕੀ ਹੋਏਗਾ? ਟੈਕਸ ਇਕੁਅਲ ਟੂ 1000 ਮਲਟੀਪਲਾਈ ਬਾਈ weight in grams divided by length in meters। ਤੁਸੀਂ ਪਹਿਲਾ ਨੁਮੈਰੀਕਲ ਦੇਖੋ। ਕੈਲਕੂਲੇਟ ਦਾ ਟੈਕਸ ਕਾਊਂਟ ਆਫ ਨਾਈਲਨ yarn if yarn is 5000 ਮੀਟਰ ਲੌਂਗ ਐਂਡ ਵੇਜ਼ 200 ਗ੍ਰਾਮਸ। ਅਸੀਂ ਟੈਕਸ ਦਾ ਫਾਰਮੂਲਾ ਲਗਾਵਾਂਗੇ ਅਤੇ ਫਾਰਮੂਲਾ ਪਹਿਲਾਂ ਲਿਖਾਂਗੇ ਫਿਰ ਫਾਰਮੂਲਾ ਲਗਾਵਾਂਗੇ ਅਤੇ ਸਾਡੇ ਕੋਲ ਟੈਕਸ ਆ ਜਾਏਗਾ 40 ਟੈਕਸ। ਇਸੇ ਤਰੀਕੇ ਨਾਲ ਜੋ ਡੇਨੀਅਰ ਹੈ, ਡੇਨੀਅਰ ਦਾ ਫਾਰਮੂਲਾ ਆ 9000 ਮਲਟੀਪਲਾਈ ਬਾਈ ਵੇਜ਼ ਇਨ ਗ੍ਰਾਮਸ ਡਿਵਾਈਡਡ ਬਾਈ ਲੈਂਥ ਇਨ ਮੀਟਰਸ। 9000 ਨੂੰ ਅਸੀਂ ਪਹਿਲਾਂ ਭਾਰ ਨੂੰ ਗ੍ਰਾਮਸ ਦੇ ਨਾਲ ਅਸੀਂ ਮਲਟੀਪਲਾਈ ਕਰਾਂਗੇ ਅਤੇ ਇਸ ਨੂੰ ਡਿਵਾਈਡ ਕਰਾਂਗੇ ਮੀਟਰਸ ਦੇ ਨਾਲ। ਇਹਦਾ ਕੁਐਸਚਨ ਹੈ ਜਾਨ ਆਫ ਪੋਲੀਐਸਟਰ ਫਿਲਾਮੈਂਟ ਵੇਜ਼ 50 ਗ੍ਰਾਮ ਇਨ 6000 ਮੀਟਰ ਲੈਂਥ, ਕੈਲਕੂਲੇਟ ਦਾ ਡੇਨੀਅਰ ਆਫ yarn। ਅਤੇ ਡੇਨੀਅਰ ਆ ਜਾਏਗਾ 9000 ਮਲਟੀਪਲਾਈ ਬਾਈ weight in ਗ੍ਰਾਮ ਡਿਵਾਈਡ ਬਾਈ ਲੈਂਥ ਇਨ ਮੀਟਰਸ। ਵੇਟ ਕੀ ਹੈ 50 ਗ੍ਰਾਮ, ਲੈਂਥ ਹੈ 6000 ਮੀਟਰ, ਅਸੀਂ ਵਿੱਚ ਪੁੱਟ ਕਰਾਂਗੇ ਤਾਂ ਸਾਡੇ ਕੋਲ 75 ਡੇਨੀਅਰ ਸਾਡੇ ਕੋਲ ਆਨਸਰ ਆ ਜਾਏਗਾ। ਟੈਕਸ ਫਾਰਮੂਲਾ ਅਤੇ ਡੇਨੀਅਰ ਫਾਰਮੂਲਾ ਇਹ ਵੀ ਐਗਜ਼ਾਮ ਦੇ ਵਿੱਚ ਆ ਸਕਦੇ ਆ, ਜਾਂ ਇਹ ਵੀ ਆ ਸਕਦਾ ਕਿ ਤੁਹਾਨੂੰ ਡੇਨੀਅਰ ਦਿੱਤਾ ਹੋਏ, ਤੁਹਾਨੂੰ ਕਹਿ ਦਿੱਤਾ ਜਾਏ ਕਿ ਕੋਈ ਕੋਟਨ ਫਿਲਾਮੈਂਟ ਕੋਟਨ yarn ਹੈ ਅਤੇ ਉਹਦਾ ਡੇਨੀਅਰ 400 ਹੈ ਅਤੇ ਉਸ ਦਾ ਤੁਸੀਂ ਕਨਵਰਟ ਕਰੋ ਟੈਕਸ ਦੇ ਵਿੱਚ। ਬੱਚੋ ਇਹ ਇੰਪੋਰਟੈਂਟ ਹੈ, ਤੁਹਾਨੂੰ ਐਗਜ਼ਾਮ ਦੇ ਵਿੱਚ ਤੁਹਾਨੂੰ ਨੂਮੈਰੀਕਲ ਜ਼ਰੂਰ ਆਏਗਾ 10 ਨੰਬਰ ਦੇ ਵਿੱਚ, ਅਤੇ ਤੁਹਾਨੂੰ ਇੱਕ ਨੰਬਰ ਦੇ ਵਿੱਚ ਵੀ ਕੁਐਸਚਨ ਸਿੱਧਾ ਆ ਜਾਏਗਾ ਵੀ ਜਿਵੇਂ ਕਿ ਵਾਟ ਇਜ਼ ਕਾਲਡ ਯੂਨੀਵਰਸਲ ਨੰਬਰਿੰਗ ਸਿਸਟਮ, ਜਾਂ ਵਾਟ ਇਜ਼ ਟੈਕਸ, ਜਾਂ ਵਾਟ ਇਜ਼ ਡੇਨੀਅਰ, ਜਾਂ ਇਹ ਵੀ ਆ ਜਾਏਗਾ ਕਿ ਇੱਕ ਟੈਕਸ ਦੇ ਵਿੱਚ ਜਿਹੜੀ ਫਿਕਸ ਲੈਂਥ ਉਹ ਕਿੰਨੀ ਹੁੰਦੀ ਹੈ, ਜਾਂ ਇੱਕ ਡੇਨੀਅਰ ਦੇ ਵਿੱਚ ਫਿਕਸ ਲੈਂਥ, ਡੇਨੀਅਰ ਵਿੱਚ ਫਿਕਸ ਲੈਂਥ ਕਿੰਨੀ ਹੁੰਦੀ ਹੈ। ਇਹ ਤੁਹਾਡਾ ਆ ਡਾਇਰੈਕਟ yarn ਨੰਬਰਿੰਗ ਸਿਸਟਮ, ਤੁਹਾਨੂੰ ਐਗਜ਼ਾਮ ਦੇ ਵਿੱਚ ਜ਼ਰੂਰ ਆਏਗਾ। ਅਸੀਂ ਹੁਣ ਸੋਮਵਾਰ ਨੂੰ ਕਰਾਂਗੇ ਇਨਡਾਇਰੈਕਟ yarn ਨੰਬਰਿੰਗ ਸਿਸਟਮ। yarn ਨੰਬਰਿੰਗ ਸਿਸਟਮ ਤੁਹਾਨੂੰ 6ਵੇਂ ਸਮੈਸਟਰ ਦੇ ਤੱਕ ਤੁਹਾਨੂੰ ਇਹ ਆਉਂਦਾ ਹੀ ਰਹੇਗਾ ਅਲੱਗ-ਅਲੱਗ ਸਬਜੈਕਟਸ ਦੇ ਵਿੱਚ। ਡਾਇਰੈਕਟ ਸਿਸਟਮ, ਇਨਡਾਇਰੈਕਟ ਸਿਸਟਮ, ਟੈਕਸ, ਡੇਨੀਅਰ, ਮੀਟ੍ਰਿਕ ਲੈਂਥ, ਇੰਗਲਿਸ਼ ਕਾਊਂਟ। ਇਸ ਕਰਕੇ ਤੁਸੀਂ ਇਸ ਨੂੰ ਸਮਝ ਕੇ ਕਰਨਾ। ਜੇ ਤੁਸੀਂ ਹੁਣ ਆਪਣੇ ਕਨਸੈਪਟ ਕਲੀਅਰ ਕਰ ਲਓਗੇ ਤਾਂ ਤੁਹਾਨੂੰ ਅੱਗੇ ਪ੍ਰੋਬਲਮ ਨਹੀਂ ਆਏਗੀ।